देखो मैं इस गल बारे की कहा, एक पास तो मैं कहना मैंने बहुत खुशी है धूरी का वसनीक होने के नाते लोक सभा हल्का संगरूर दे कि वो शख्स ਜਿਹੜਾ ਜਿਹਨੂੰ ਅਸੀਂ 2 ਵਾਰ ਮਾਨ ਦਿੱਤਾ ਧੂਰੀ ਤੋਂ ਜਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਤਾ ਕੇ ਅਸੀਂ ਨੇ ਵਿਧਾਨ ਲੋਕ ਸਭਾ ਦੇ ਵਿੱਚ ਭੇਜਿਆ, ਜਿੱਥੇ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਲੋਕ ਸਭਾ ਦੇ ਵਿੱਚ ਇਲੈਕਸ਼ਨ ਦੇ ਵਿੱਚ, ਉੱਥੇ ਸੰਗਰੂਰ ਲੋਕ ਸਭਾ ਹਲਕਾ ਕਿਹਾ ਜਾ ਸੀ ਜਿੱਥੋਂ ਅਸੀਂ ਇਹਨਾਂ ਨੂੰ ਮਾਨ ਦਿੱਤਾ ਤੇ ਇਹਨਾਂ ਨੂੰ ਐਮਪੀ ਜਿਤਾ ਕੇ ਲੋਕ ਸਭਾ ਦੇ ਜਾਣ ਦਾ ਇਹਨਾਂ ਦਾ ਰਸਤਾ ਖੋਲਿਆ। ਪਰ ਤਕਲੀਫ ਅੱਜ ਇਹ ਹੁੰਦੀ ਹੈ ਜਦੋਂ ਮਨ ਰੋਂਦਾ ਹੈ 7 ਸਾਲ ਹੋ ਗਏ ਭਗਵੰਤ ਮਾਨ ਜੀ ਨੂੰ, ਮੈਂ ਕਹਿੰਦਾ ਧੂਰੀ ਦਾ ਇੱਕ ਵੀ ਬੰਦਾ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਤੱਕ ਕਹਿ ਦੇਣ ਵੀ ਉਹ ਕਦੇ ਧੂਰੀ ਦੇ ਵਰਕਰਾਂ ਨੂੰ ਆ ਕੇ ਮਿਲਣਾ ਆਇਆ ਹੋਵੇ, ਧੂਰੀ ਦੇ ਦੁੱਖ ਦਰਦ ਦੇ ਵਿੱਚ ਕਦੇ ਖੜਾ ਹੋਵੇ। ਮੇਰੇ ਕੋਲੇ ਵਪਾਰ ਮੰਡਲ ਦੀ ਜ਼ਿੰਮੇਵਾਰੀ ਹੈ, ਮੇਰੇ 5 ਦੁਕਾਨਾਂ ਦੇ ਵਪਾਰੀਆਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ, ਕਈ ਫੈਕਟਰੀਆਂ ਚ ਅੱਗ ਜਨੀ ਹੋ ਗਈ ਪਿਛਲੇ 5 ਸਾਲਾਂ 'ਚ। ਅਗਰ ਭਗਵੰਤ ਮਾਨ ਜੀ ਨੇ ਆਪਣੇ ਐਮਪੀ ਫੰਡ ਦੇ ਵਿੱਚੋਂ 1 ਰੁਪਏ ਨਾਲ ਵੀ ਕਿਸੇ ਵਪਾਰੀ ਦੀ ਮਦਦ ਕੀਤੀ ਹੋਵੇ ਜਾਂ ਕਿਸੇ ਵਪਾਰੀ ਦੀਆਂ ਅੱਖਾਂ ਹੀ ਪੁੰਝਣ ਆ ਗਏ ਹੋਣ, ਉਹਦਾ ਦੁੱਖ ਦਰਦ ਪੁੱਛਣ ਆ ਗਏ ਕਿ ਭਾਈ ਤੇਰਾ ਸਾਰਾ ਕਾਰੋਬਾਰ ਤਬਾਹ ਹੋ ਗਿਆ, ਇੱਕ ਅੱਗ ਲੱਗੀ, ਇਹ ਕੰਮ ਗਲਤ ਹੋ ਗਿਆ, ਤਾਂ ਮੈਂ ਜਿੱਤ ਦੇਣਦਾਰ ਆ ਭਗਵੰਤ ਮਾਨ ਜੀ ਦਾ। ਸੋ ਮੈਂ ਅੱਜ ਬੜੀ ਮੈਨੂੰ ਪੀੜਾ ਹੈ, ਪਰ ਦੂਜੇ ਪਾਸੇ ਖੁਸ਼ੀ ਇਹ ਹੈ ਕਿ ਬਹੁਤ ਵਧੀਆ ਹੋ ਗਿਆ ਕਿ ਧੂਰੀ ਤੋਂ ਆ ਗਏ। ਜੇ ਕਿਤੇ ਹੋਰ ਇਲਾਕੇ ਚਲੇ ਜਾਂਦੇ ਨਾ ਪੰਜਾਬ ਦੇ, ਉੱਥੇ ਲੋਕਾਂ ਨੇ ਜਾਣਨਾ ਨਹੀਂ ਸੀ, ਇਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਆ ਜਾਣਾ ਸੀ, ਪਰ ਅਸੀਂ ਇਹਨੂੰ 7 ਸਾਲ ਵਰਤ ਲਿਆ, 2 ਵਾਰ ਮਾਨ ਦੇਤਾ, ਹੁਣ ਤੀਜੀ ਵਾਰ ਜ਼ਮਾਨਤ ਜ਼ਬਤ ਕਰਾ ਕੇ ਤੋਰਾਂਗੇ। ਇਹ ਤੁਹਾਡੇ ਚੈਨਲ ਨੂੰ ਵਾਅਦਾ ਕਰਦੇ ਹਾਂ। ਫੇਰ ਧੂਰੀ ਤੋਂ ਲੜੇ ਭਗਵੰਤ ਮਾਨ, ਫੇਰ ਮੰਨਾਂਗੇ ਵੀ ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗਲਤ ਬਦਾਮ ਹੈ ਵੀ ਹਾਂ ਇੱਕ ਪਾਸਾ ਨੇਰੀ ਆ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜ਼ਮਾਨਤ ਜ਼ਬਤ ਹੋਊਗੀ, ਉਹ ਲੋਕ ਸਭਾ ਤੋਂ ਅਸਤੀਫਾ ਦੇ ਲਈ ਇੱਧਰੋਂ ਵੀ ਕੁਛ ਚੱਲਦਾ ਕਰਦਾ, ਘਰੇ ਬਿਠਾਵਾਂਗੇ, ਝੰਡਾ ਅਮਲੀ ਦੁਬਾਰਾ ਟੈਲੀਵਿਜ਼ਨ ਤੇ ਆਪਣੇ ਸਕਿੱਟ ਪੇਸ਼ ਕਰੂਗਾ ਤੁਹਾਡੇ ਸਾਹਮਣੇ। ਤੁਸੀਂ ਇਹਨਾਂ ਦਾ ਇਹ ਦੇਖਿਓ ਵੀ ਹਾਲ ਕਿਉਂ, ਧਰਮਵੀਰ ਗਾਂਧੀ ਵਰਗੇ ਜਿਹੜੇ ਐਚ.ਐਸ. ਫੁਲਕਾ ਵਰਗੇ ਜਿਹੜੇ ਇਮਾਨਦਾਰ ਤੇ ਨੇਕ ਛਵੀ ਵਾਲੇ ਬੰਦੇ, ਇਹਨਾਂ ਦੀਆਂ ਗਲਤ ਨੀਤੀਆਂ ਨੂੰ ਦੇਖ ਕੇ ਉਹ ਛੱਡ ਕੇ ਪਾਰਟੀ ਤੇ ਪੰਜਾਬ ਕਿਤੇ ਬੌਲਾ ਹੀ। ਅੱਜ ਲੋਕ ਪੜ੍ਹੇ ਲਿਖੇ ਨਹੀਂ ਹੈਗੇ, ਦੁਨੀਆ ਬਹੁਤ ਕੁਝ ਸਮਝਦੀ ਹੈ। ਤੁਹਾਡੇ ਚੈਨਲਾਂ ਨੇ ਅੱਜ ਲੋਕਾਂ ਨੂੰ ਇੰਨਾ ਕੁ ਸਮਝਦਾਰ ਕਰ ਦਿੱਤਾ ਹੈ, ਘਰ ਘਰ ਆਵਾਜ਼ ਪਹੁੰਚਾਈ ਹੈ ਲੋਕਾਂ ਨੂੰ। ਤੁਹਾਡੇ ਚੈਨਲਾਂ ਨਾਲ ਸਾਰਾ ਕੁਝ ਪਤਾ ਲੱਗਦਾ ਕਿਹੜਾ ਬੇਈਮਾਨ ਹੈ, ਕਿਹੜਾ ਇਮਾਨਦਾਰ ਹੈ, ਕਿਹੜਾ ਲੋਕਾਂ ਦੀ ਸੇਵਾ ਕਰਦਾ ਹੈ ਤੇ ਕਿਹੜਾ ਲੋਕਾਂ 'ਚ ਦਿਖਾਵਾ ਕਰਦਾ ਹੈ। ਮੈਂ ਚੈਨਲਾਂ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਹੈ। ਉਹ ਪਹਿਲਾਂ ਵਾਲਾ ਟਾਈਮ ਖਤਮ ਹੋ ਗਿਆ ਕਿ ਪਿੰਡਾਂ 'ਚ ਸਾਧਨ ਨਹੀਂ ਹੈਗੇ, ਟੈਲੀਵਿਜ਼ਨਾਂ ਦੇ ਚੈਨਲਾਂ ਦੇ ਮੋਬਾਈਲਾਂ ਦੇ, ਉਹ ਸਾਡੇ ਕੋਲ ਆਉਂਦੇ ਲਾਲਾ ਜੀ ਵੋਟ ਕਿਹਨੂੰ ਪਾਣੀ ਹੈ, ਅਸੀਂ ਕਹਿੰਦੇ ਕਾਂਗਰਸ ਨੂੰ ਪਾ ਦਿਓ ਭਾਈ, ਅਸੀਂ ਅਕਾਲੀ ਦਲ ਨੂੰ ਪਾ ਦਿਓ, ਵਿਚਾਰੇ ਉਵੇਂ ਭੋਲੇ ਬੰਦੇ ਪਾ ਦਿੰਦੇ ਸੀ। ਪਰ ਅੱਜ ਇੱਕ ਪਿੰਡ ਦਾ ਇੱਕ ਬੱਚਾ, ਇੱਕ ਬਜ਼ੁਰਗ, ਇੱਕ ਸਾਡੀ ਮਾਤਾ, ਸਾਡੀ ਭੈਣ ਅੱਜ ਜਾਗਰੂਕ ਹੈ ਤੁਹਾਡੇ ਚੈਨਲਾਂ ਰਾਹੀਂ, ਉਹਨਾਂ ਨੂੰ ਪਤਾ ਸੀ ਵੋਟ ਕਿਹਨੂੰ ਦੇਣੀ ਹੈ। ਤੁਹਾਡਾ ਆਪਣੇ ਮਾਧਿਅਮ ਰਾਹੀਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਅੱਜ ਕਵਰਿੰਗ ਕਰਨ ਦੇ ਲਈ, ਸਾਡੇ ਵਿਚਾਰ ਜਿਹੜਾ ਸਾਡੇ ਮਨ ਦੇ ਅੰਦਰ ਕੋਈ ਬੁਲਬੁਲੇ ਨੇ ਉਸ ਨੂੰ ਪ੍ਰਗਟ ਕਰਨ ਦੇ ਲਈ ਤੁਸੀਂ ਉਰੇ ਪਹੁੰਚੇ ਹੋ। ਮੈਂ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਕਰਦਾ ਤੇ ਤੁਹਾਨੂੰ ਜੀ ਆਇਆਂ ਕਹਿਣਾ। ਗੱਲ ਕਰਦੇ ਆ ਭਗਵੰਤ ਮਾਨ ਜੀ ਦੀ। ਮੈਨੂੰ ਸਭ ਤੋਂ ਵੱਧ ਖੁਸ਼ੀ ਹੋਈ ਜਦੋਂ ਅਸੀਂ 2009 ਦੇ ਵਿੱਚ ਲੋਕ ਸਭਾ ਸੰਗਰੂਰ ਦੇ ਨਾਲ ਹੈ ਉਹਦਾ ਸੰਗਰੂਰ ਕੌਂਸਟੀਚੁਐਂਸੀ ਦਾ ਹਿੱਸਾ ਬਣੇ। ਇਸ ਤੋਂ ਪਹਿਲਾਂ ਅਸੀਂ ਰੋਪੜ ਦਾ ਇੱਕ ਹਿੱਸਾ ਸੀ। ਸ਼੍ਰੀ ਵਿਜੇਂਦਰ ਸਿੰਗਲਾ ਜੀ ਨੂੰ ਲੋਕਾਂ ਨੇ ਬਹੁਤ ਵੱਡਾ ਮਾਣ ਤੇ ਸਤਿਕਾਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਜ਼ਿਲ੍ਹਾ ਸੰਗਰੂਰ ਦੀ ਉਹਨਾਂ ਦੇ ਮੋਢਿਆਂ ਦੇ ਉੱਤੇ ਰੱਖੀ। ਉਸ ਜ਼ਿੰਮੇਵਾਰੀ ਨੂੰ ਅੰਜਾਮ ਦਿੰਦੇ ਹੋਏ ਨਹਿਰੂ ਤੋਂ ਬਾਅਦ ਜੇ ਕੋਈ ਸੈਕੰਡ ਪੀਜੀਆਈ ਆਈ ਤਾਂ ਘਰ ਦਾ ਸ਼੍ਰੀ ਵਿਜੇਂਦਰ ਸਿੰਗਲਾ ਦੀ ਦੇਣ ਸੀ। ਔਰ ਮੈਨੂੰ ਦੱਸਦੇ ਹੋਏ ਵੀ ਬੜਾ ਵੱਡਾ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ ਕਿ ਹਰ ਇੱਕ ਸਟੇਸ਼ਨ ਤੋਂ, ਚਾਹੇ ਕੋਈ ਵਪਾਰ ਦੇ ਖੇਤਰ ਦੀ ਗੱਲ ਸੀ, ਚਾਹੇ ਕੋਈ ਧਾਰਮਿਕ ਸਟੇਸ਼ਨ ਦੀ ਗੱਲ ਸੀ, ਹਰ ਇੱਕ ਸਟੇਸ਼ਨ ਤੋਂ ਗੱਡੀ ਰਵਾਨਗੀ ਦੀ ਗੱਲ ਆਈ, ਸਿੰਥੈਟਿਕ ਟਰੈਕ ਦੇਣ ਦੀ ਗੱਲ ਆਈ, ਸਟੇਡੀਅਮ ਅਪਗ੍ਰੇਡ ਕਰਨ ਦੀ ਗੱਲ ਆਈ, ਸਕੂਲ ਕਾਲਜ ਅਪਗ੍ਰੇਡ ਕਰਨ ਦੀ ਗੱਲ ਆਈ। ਇਹ ਟੋਟਲ ਦਾ ਟੋਟਲ ਜਿਹੜਾ ਸਾਰਾ ਸਬਜੈਕਟ ਉਹ ਸ਼੍ਰੀ ਵਿਜੇਂਦਰ ਸਿੰਗਲਾ ਜੀ ਦੇ ਹਿੱਸੇ ਦੇ ਵਿੱਚ ਆਇਆ। ਲੇਕਿਨ 2014 ਦੇ ਵਿੱਚ ਇਹਨੇ ਆਪਣੇ ਚੁਟਕਲਿਆਂ ਦੇ ਨਾਲ ਲੋਕਾਂ ਨੂੰ ਲੁਭਾ ਕੇ ਸਾਡੇ ਜ਼ਿਲ੍ਹਾ ਸੰਗਰੂਰ ਦੀ ਸੀਟ ਦੇ ਉੱਤੇ ਡਾਕਾ ਮਾਰਿਆ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਪੂਰੇ ਹਿੰਦੁਸਤਾਨ ਦੀ ਕੇਵਲ ਇੱਕ ਲੋਕ ਸਭਾ ਸੀਟ ਸ਼੍ਰੀ ਭਗਵੰਤ ਮਾਨ ਜੀ ਨੂੰ ਜਿਤਾ ਕੇ ਭੇਜਿਆ। ਕਿਸੇ ਵਰਕਰ ਦੇ, ਕਿਸੇ ਧੀ ਭੈਣ ਦੇ ਸ਼ਾਦੀ ਦੇ ਵਿੱਚ, ਕਿਸੇ ਵੀ ਕੰਮ ਦੀ ਡਿਵੈਲਪਮੈਂਟ ਦੇ ਪ੍ਰੋਜੈਕਟ ਦੇ ਵਿੱਚ ਇਹ ਸ਼ਰੀਕ ਨਹੀਂ ਹੋਇਆ। 2019 ਦੇ ਵਿੱਚ ਫਿਰ ਲੋਕਾਂ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ, ਇਹਨਾਂ ਨੂੰ ਫਿਰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਉਹ ਭੇਜਿਆ। ਲੇਕਿਨ ਮੈਨੂੰ ਜਿੱਥੇ ਦੱਸਦੇ ਹੋਏ ਬੜਾ ਮਾਣ ਤੇ ਗਰਵ ਮਹਿਸੂਸ ਹੁੰਦਾ ਕਿ 2017 ਦਾ ਸਾਡੇ ਇਲਾਕੇ ਦਾ ਜੰਪਲ ਸਰਦਾਰ ਦਲਵੀਰ ਸਿੰਘ ਗੋਲਡੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਔਰ ਉਹਦੀ ਕਚਹਿਰੀ ਦੇ ਵਿੱਚ ਭੇਜਿਆ। ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ। ਜਿਹੜੀ ਉਹ ਇੱਕ ਜਿਮਨੀ ਚੋਣ ਹੋਈ ਸੀ, ਮੇਰੇ ਉਹ ਯਾਦ ਹੈ, ਮੇਰੇ ਪੜੋਸ ਦੇ ਵਿੱਚ ਖੰਨਾ ਜਨਰਲ ਸਟੋਰ ਦੇ ਉੱਤੇ ਉਸ ਦੁਕਾਨ ਦੇ ਵਿੱਚ ਅੱਗ ਲੱਗ ਕੇ ਸਾਡੀ ਅੱਖਾਂ ਦੇ ਸਾਹਮਣੇ ਜਿਹੜੀ ਉਹ ਦੁਕਾਨ ਸੀ ਉਹ ਸਵਾਹ ਬਣ ਗਈ। ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਜੀ ਜਿਹੜਾ ਉਹਨੇ ਮੌਕਾ ਦੇਖਣ ਆਏ ਸੀ, ਉਹਨਾਂ ਨੇ 5 ਲੱਖ ਰੁਪਏ ਗ੍ਰਾਂਟ ਦੀ ਗੱਲ ਕੀਤੀ, ਲੇਕਿਨ ਉਹ ਦਰਦ ਜਿਹੜਾ ਸੀ ਉਹ ਦਰਦ ਤੇ ਪੀੜਾ ਸਰਦਾਰ ਦਲਵੀਰ ਸਿੰਘ ਗੋਲਡੀ ਦੇ ਵਿੱਚ ਸੀ। ਸਭ ਤੋਂ ਪਹਿਲਾਂ ਸਾਡੇ ਧੂਰੀ ਨੂੰ ਫਾਇਰ ਬ੍ਰਿਗੇਡ ਦਾ ਜਿਹੜਾ ਤੋਹਫਾ ਦਿੱਤਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਇਹ ਫਾਇਰ ਬ੍ਰਿਗੇਡ ਦੀ ਕਦੇ ਲੋੜ ਨਾ ਪਵੇ, ਜੇ ਕਦੇ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਫਾਇਰ ਬ੍ਰਿਗੇਡ ਹੈ ਇਹ ਲੋਕਾਂ ਦੀ ਅਦਾਲਤ ਦੇ ਵਿੱਚ ਕੰਮ ਆਵੇ। ਔਰ ਮੇਰੇ ਯਾਦ ਹੈ ਸ਼੍ਰੀ ਭਗਵੰਤ ਮਾਨ ਜੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਪ੍ਰੈਸ ਮੀਡੀਆ ਵਾਲਿਆਂ ਨੂੰ,
ਬੇਂਡਾ ਪਿੰਡ ਮੈਂਬਰ ਆਫ ਪਾਰਲੀਮੈਂਟ ਇੱਕ ਗੋਦ ਲੈਣਾ ਸੀ, ਬੇਂਡਾ ਪਿੰਡ ਉਹਨਾਂ ਨੇ ਗੋਦ ਲਿੱਤਾ। ਇੱਕ ਵੀ ਇੱਟ ਉਸ ਵਿਕਾਸ ਦੇ ਕੰਮ ਉੱਤੇ ਨਹੀਂ ਲਾਈ। ਉਹ ਵੀ ਯਾਦ ਆ ਜਦੋਂ ਬੇਂਡਾ ਦੇ ਖੇਤਾਂ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਜਿਹੜੀਆਂ ਫਸਲਾਂ ਸੀ ਪੂਰੇ ਜੋਬਨ ਦੇ ਉੱਤੇ ਸੀ, ਜਲ ਕੇ ਸੁਆਹ ਹੋ ਗਈਆਂ। ਕਿਸੇ ਕਿਸਾਨ ਦੇ ਘਰ ਜਾ ਕੇ ਦੁੱਖ ਪ੍ਰਗਟ ਨਹੀਂ ਕੀਤਾ, ਕਿਸੇ ਨੂੰ ਇੱਕ ਪੈਸੇ ਦਾ ਮੁਆਵਜ਼ਾ ਨਹੀਂ ਦਿੱਤਾ। ਉਸ ਡਿਵੈਲਪਮੈਂਟ ਨੂੰ ਲੀਹਾਂ ਤੇ ਲਾਇਆ। ਅਸੀਂ ਕੇਵਲ ਤੇ ਕੇਵਲ ਆਪਣੇ ਵਿਕਾਸ ਦਾ ਮੁੱਦਾ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ। ਔਰ ਜੇ ਵਿਕਾਸ ਕਰਵਾਇਆ, ਮੈਂ ਲੋਕਾਂ ਨੂੰ ਕੋਈ ਬੇਨਤੀ ਕਰਦਾ ਹੈ ਕਿ ਕੰਮ ਕਰਨ ਵਾਲੀ ਦੀ ਪਿੱਠ ਦੇ ਉੱਤੇ ਹੱਥ ਧਰੋ, ਤਾਂ ਕਿ ਆਉਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਚੁਟਕਲੇ ਗਵਈਏ, ਕਹਾਣੀਆਂ, ਚੁਟਕਲੇ ਸੁਣਾ ਕੇ ਤੁਹਾਡੀਆਂ ਵੋਟਾਂ ਦੇ ਉੱਤੇ ਡਾਕਾ ਮਾਰਦੇ ਨੇ, ਉਹ ਤੁਹਾਡੀਆਂ ਵੋਟਾਂ ਦੇ ਨਾਲ ਖਿਲਵਾੜ ਨਾ ਕਰ ਸਕਣ। ਭਗਤ ਸਿੰਘ ਵਰਗਿਆਂ ਨੂੰ ਸੱਚੀ ਸ਼ਰਧਾਂਜਲੀ ਹੀ ਹੈ ਜਿਨ੍ਹਾਂ ਨੇ ਸਾਨੂੰ ਵੋਟ ਲੈ ਕੇ ਦਿੱਤੀ ਹੈ। ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਜਿਹੜੀ 2022 ਦਾ ਆਉਣ ਵਾਲੇ 5 ਸਾਲ ਦਾ ਨਵਾਂ ਇੱਕ ਇਤਿਹਾਸ ਰਚਨਾ, ਨਵਾਂ ਪੰਜਾਬ ਬਣਾਉਣਾ ਹੈ। ਉਸ ਪੰਜਾਬ ਦੀ ਜਿਹੜੀ ਬਾਗਡੋਰ ਹੈ, ਜਿਹੜੇ ਲੋਕਾਂ ਨੇ ਤੁਹਾਡੇ ਨਾਲ ਸਮੂਲੀਅਤ ਕੀਤੀ ਹੈ, ਕੰਮ ਵਿਕਾਸ ਦੇ ਕੰਮਾਂ 'ਚ ਪ੍ਰੋਜੈਕਟ ਕੀਤਾ ਹੈ, ਜਾਂ ਜਿਨ੍ਹਾਂ ਨੇ ਸਾਡੇ ਸਾਰੇ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਏ ਨੇ, ਆਪਣੇ ਵਾਲੀਬਾਲ ਗਰਾਊਂਡ ਬਣਾਏ ਨੇ, ਤੇ ਕਾਲਜ ਜਿਹੜਾ ਸਾਡਾ ਬੇਂਡਾ ਨੂੰ ਬੜਾ ਅਪਗ੍ਰੇਡ ਕਰਕੇ ਜਿਹੜੇ 140 ਬੱਚੇ ਉੱਥੇ ਪੜ੍ਹਦੇ ਸੀ, ਅੱਜ ਲਗਭਗ ਉੱਥੇ ਜਿਹੜੀ ਸਟਰੈਂਥ ਆ 1700 ਦੀ ਹੈ। ਮੈਂ ਇੱਕੋ ਹੀ ਗੱਲ ਕਹਿਣਾ, ਜਿਹੜੀ ਅਗਾਊਂ ਦੀ ਸੋਚ ਹੈ ਉਹਨੂੰ ਵੋਟ ਪਾ ਕੇ ਆਪਣੀ ਜਿਹੜੀ ਨੁਮਾਇੰਦਗੀ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਦਿੱਤੀ ਜਾਵੇ। ਪੁੱਛਣਾ ਚਾਹੁੰਦਾ ਅਕਾਲੀ ਵਾਲਿਆਂ ਨੂੰ, ਮੈਂ ਪੁੱਛਣਾ ਚਾਹੁੰਦਾ ਭਾਜਪਾ ਵਾਲਿਆਂ ਨੂੰ, ਮੈਂ ਪੁੱਛਣਾ ਚਾਹੁੰਦਾ ਜਿਹੜੇ ਆਪ ਪਾਰਟੀ ਦੇ ਆਗੂ ਨੇ, ਕਰੋਨਾ ਮਹਾਮਾਰੀ ਦਾ ਟਾਈਮ ਆਇਆ, ਕਿੱਥੇ ਸੀ ਉਹ ਜਦੋਂ ਚੁੱਲ੍ਹਿਆਂ ਦੀ ਅੱਗ ਠੰਡੀ ਪੈ ਚੁੱਕੀ ਸੀਗੀ? ਕੋਈ ਕਿਸੇ ਦੇ ਵਿੱਚ ਸ਼ਰੀਕ ਨਹੀਂ ਹੋਇਆ। ਜੇ ਉਸ ਕਿੱਟਾਂ ਦੇ ਵਿੱਚ ਪਰਸਨਲੀ ਜੇਬਾਂ ਦੇ ਵਿੱਚ ਜਾ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਦੀ ਤੇਜ਼ ਰੋਸ਼ਨੀ ਪੈਦਾ ਕੀਤੀ ਤਾਂ ਕਿ ਉਹ ਬੱਚੇ ਵੀ, ਛੋਟੇ ਛੋਟੇ ਬੱਚੇ ਜਿਹੜੇ ਨੇ ਰੋਟੀ 2 ਟਾਈਮ ਦੀ ਖਾ ਕੇ ਪੈ ਜਾਣ। ਉਹ ਹਲਕਾ ਵਿਧਾਇਕ ਸਰਦਾਰ ਦਲਵੀਰ ਸਿੰਘ ਗੋਲਡੀ ਜੀ, ਜਿਹਨੂੰ 2017 ਚ ਲੋਕਾਂ ਨੇ ਆਪਣਾ ਨੁਮਾਇੰਦਗਾ ਚੁਣ ਕੇ ਭੇਜਿਆ, ਉਹ ਕਿੱਥੇ ਸੀ ਜਦੋਂ 3 ਆਰਡੀਨੈਂਸ ਕਾਲੇ ਭਾਰਤੀ ਜਨਤਾ ਪਾਰਟੀ ਕਾਲੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਲੈ ਕੇ ਆਈ ਸੀ? ਪੈਦਲ ਮਾਰਚ ਹਲਕੂਰੀ ਤੋਂ ਸ਼ੰਭੂ ਬਾਰਡਰ ਤੱਕ, ਸਿੰਧ ਬਾਰਡਰ ਤੱਕ ਜੇ ਕੋਈ ਪੈਦਲ ਮਾਰਚ ਕੀਤਾ ਤਾਂ ਕੇਵਲ ਤੇ ਕੇਵਲ 117 ਵਿਧਾਇਕਾਂ ਦੇ ਵਿੱਚੋਂ ਉਹ ਵੀ ਹਿੱਸੇ ਸਰਦਾਰ ਦਲਵੀਰ ਸਿੰਘ ਗੋਲਡੀ ਦੇ ਹਿੱਸੇ ਦੇ ਵਿੱਚ ਆਇਆ। ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਦਾ, ਜੇ ਤੁਹਾਡਾ ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ ਜਾਂ ਉਹਨਾਂ ਦੇ ਚੱਲਣ ਵਾਲੇ ਵਰਕਰ ਦੇ ਨਾਲ ਜਾਂ ਉਹਨਾਂ ਦੇ ਪਾਰਟੀ ਦੇ ਕਿਸੇ ਦੇ ਨਾਲ, ਉਹ ਗੁੱਸੇ ਗਿਲੇ ਨੂੰ ਛੱਡਦੇ ਹੋਏ ਆਉਣ ਵਾਲੇ 5 ਸਾਲ ਦੇ ਵਿਕਾਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਇੱਕ ਵੋਟ ਸਰਦਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਦੇ ਵਿੱਚ ਪਾ ਕੇ ਐਡਾ ਵੱਡਾ ਫਤਵਾ ਦਿਓ ਤਾਂ ਕਿ ਜਿਹੜੇ ਉਹ ਬਜ਼ੁਰਗਾਂ ਦਾ ਮਾਣ ਤੇ ਸਤਿਕਾਰ, ਆਸ਼ੀਰਵਾਦ ਉਹਨਾਂ ਦੀ ਝੋਲੀ ਦੇ ਵਿੱਚ ਨੇ, ਉਹ ਕੰਮ ਆਉਣ। मैं एक कॉमन पीपल होने के नाते सिर्फ यही गल कहना चाहूँगा, साढ़े लिए जो भी कैंडीडेट आता है वो मतलब एक निरपक्ष ते करप्शन फ्री एटमॉस्फेयर जिहड़ा है लोगों को प्रोवाइड करे, ताकि जिहड़ा ट्रेड का जिहड़ा मतलब साडे विचकार जिहड़ा है ट्रेड का जिहड़ा पतन हुंदा जा रहा उसनूं पतन ना होवे। जिहड़ा इंडस्ट्री दे लोकां ने जिहड़ा है पंजाब दे विच उन्हां दा आना होवे, लोकां नूं काम दा सोर्स मिले तां लोग जिहड़े हैगे काम दे विच अपने अपना योगदान कमा सकन। कमाई करन तो बाद फिर वो अपने अपने खर्चे जिहड़े है चक्कन दे विच मतलब कामयाब हो सकन। मेरा तो यही सोचना ਇਹਦੇ ਵਿੱਚ ਕਹਿਣਾ ਹੈਗਾ। मैं ਉਹਨਾਂ ਦੇ ਨਾਲ ਇਸੇ ਹਾਲ ਨਾਲ ਸਹਿਮਤ ਨਹੀਂ ਹਾਂ ਕਿ ਜਿਹੜਾ ਵਿਅਕਤੀ ਜਿਸ ਨੂੰ ਵਿਅਕਤੀ ਨੂੰ ਇਸ ਨਹੀਂ ਪਤਾ ਵੀ ਜਿਸ ਏਰੀਏ ਨੇ ਉਸ ਨੂੰ ਮਾਨ ਬਖਸ਼ਿਆ ਉਸ ਏਰੀਏ ਦੇ ਵਿੱਚ ਜੇ ਉਸ ਬੰਦੇ ਪਤਾ ਹੀ ਨਹੀਂ ਲੰਦਾ ਆਪਣੇ ਪੇਰੈਂਟ ਪਾਰਟੀ ਜਿਸ ਜਿੱਥੋਂ ਉਸ ਨੂੰ ਨਵਾਜ਼ਿਆ ਗਿਆ, ਜੇ ਉਸ ਨੂੰ ਜਿੱਤ ਕੇ ਦੇ ਵਿੱਚ ਆਪਣੇ ਹਲਕੇ ਦੇ ਰਿਗਾਰਡਿੰਗ ਵੀ ਉਹਦੇ ਨਾਲ ਦੁੱਖ ਦਰਦ ਕੀ ਹੋ ਰਿਹਾ, ਕਿਸ ਨਾਲ ਕੀ ਘਟਨਾ ਵਾਪਰ ਰਹੀਆਂ ਨੇ, ਜਾਂ ਉਹਨਾਂ ਦੇ ਦੁੱਖ ਦਰਦ ਦੇ ਵਿੱਚ ਸਾਂਝ ਦੇ ਵਿੱਚ ਆਉਣਾ ਚਾਹੀਦਾ, ਤਾਂ ਮੈਂ ਤਾਂ ਇਹੀ ਸੋਚੂੰਗਾ ਕਿ ਉਸ ਬੰਦੇ ਨੂੰ ਆਪਣੇ ਜਿਹੜਾ ਹੈਗਾ ਜਿਹੜਾ ਆਪਣੇ ਮਾਂ-ਬਾਪ ਨੂੰ ਭੁੱਲ ਚੁੱਕਿਆ ਹੈ, ਜਿਸ ਨੇ ਉਸ ਨੂੰ ਜਨਮ ਦੇ ਕੇ ਨਿਵਾਜ ਕੇ ਉਹਨੂੰ ਇੱਕ ਸਮਾਜ ਦੇ ਵਿੱਚ ਇੱਕ ਪਹਿਚਾਣ ਦਿੱਤੀ ਹੈ, ਪਰ ਜੇ ਉਹ ਸਮਾਜ ਦੇ ਵਿੱਚ ਉਹ ਪੂਰਾ ਨਹੀਂ ਖਰਾ ਉਤਰਦਾ ਤਾਂ ਸਾਡਾ ਉਸ ਵਿਅਕਤੀ ਲਈ ਵਿਸ਼ਵਾਸ ਪੂਰਾ ਉੱਠ ਜਾਂਦਾ ਹੈ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਵੀ ਜਿਵੇਂ ਐਮਐਲਏ ਦਲਵੀਰ ਸਿੰਘ ਗੋਲਡੀ ਜੀ ਨੇ ਸਾਡੇ ਕਲਾਸ ਫੈਲੋ ਵੀ ਰਹੇ ਨੇ, ਸਾਡੇ ਯਾਰ ਵੇਲੀ ਵੀ ਨੇ, ਉਹ ਸੁੱਖ ਦੁੱਖ 'ਚ ਖੜਦੇ ਨੇ, ਸਾਡੀਆਂ ਮੁਸ਼ਕਿਲਾਂ ਸੁਣਦੇ ਨੇ, ਠੀਕ ਹੈ ਕਿ ਨਹੀਂ। ਭਗਵੰਤ ਮਾਨ ਜੀ 7 ਸਾਲ 'ਚ ਕੋਈ ਆਏ ਨਹੀਂ, ਨਾ ਕਦੇ ਉਹਨਾਂ ਨੇ ਬਾਜ਼ਾਰ ਦਾ ਹਾਲ ਦੇਖਿਆ, ਆਉਂਦੇ ਨੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਨੇ, ਠੀਕ ਹੈ ਕਿ ਨਹੀਂ। ਅਸੀਂ ਕਹਿੰਦੇ ਆ ਵੀ ਉਹ ਬੰਦੇ ਨੂੰ ਵੋਟ ਦਿਓ ਜਿਹੜਾ ਤੁਹਾਡੇ ਸੁੱਖ ਦੁੱਖ 'ਚ ਖੜਦਾ ਨਾਲ, ਠੀਕ ਹੈ ਕਿ ਨਹੀਂ। ਇਹ ਕਹਿਣਾ ਜੀ ਪਹਿਲਾਂ 10 ਸਾਲ ਦੇ ਵਿੱਚ ਉਹਨੇ ਤੂੜੀ ਕੀ ਕੀਤਾ ਜਿਹੜਾ ਗਾਹਾਂ ਅਸੀਂ ਉਮੀਦ ਰੱਖੀ ਉਹ ਕਰ ਸਕਦਾ। ਕਿੱਦਾਂ ਲੱਗਦਾ ਤੁਹਾਨੂੰ ਮਤਲਬ ਕਿ ਉਹ ਲੱਗਦਾ ਜਿਹੜੀ ਪਹਿਲਾਂ ਮੜੇਰ ਬੋਰਡ ਪਈ ਦੀ ਅੱਜ ਹੋ ਸਕਦਾ ਨਾ ਪਵੇ। ਕੀ ਤੁਸੀਂ ਵਪਾਰੀ ਵਰਗੋਂ ਕੀ ਬੋਰਡ ਦਾ ਹੈ ਉਹ? ਅਸੀਂ ਕਹਿੰਦੇ ਕੋਈ ਅੱਜ ਤੱਕ ਵਪਾਰੀ ਬਾਰੇ ਉਹਨੂੰ ਬਿਆਨ ਦਿੱਤਾ ਹੋਵੇ ਅਸੀਂ ਵਪਾਰੀ ਆ ਕਰਾਂਗੇ, ਅਸੀਂ ਵੋਟ ਪਾ ਦਾਂਗੇ ਆਗੇ। ਹੁਣ ਕਹਿੰਦੇ ਮੈਂ ਵਪਾਰੀ ਨਾਲ ਕਰੂੰ, ਅੱਜ ਤੱਕ ਉਹਨਾਂ ਕੋਈ ਕਿਸੇ ਵਪਾਰ ਦੇ ਹੱਕ 'ਚ ਨਹੀਂ ਬੋਲਿਆ, ਅੱਜ ਤੱਕ ਨਾ ਅਸੀਂ ਬੋਲਦਾ ਸੁਣਿਆ। ਕਿਸ ਤਰ੍ਹਾਂ ਦਾ ਫਤਵਾ ਦਊਂਗੇ? ਅਸੀਂ ਫਤਵਾ ਤਾਂ ਲੋਕਾਂ ਨੂੰ ਦੇਣਾ, ਪਬਲਿਕ ਨੇ ਦੇਣਾ, ਪਰ ਸਾਨੂੰ ਕੋਈ ਉਮੀਦ ਨਹੀਂ ਹੈ। ਨਾਤੇ ਉਹਨਾਂ ਨੇ
ਨਾ ਕੋਈ ਕਾਰਵਾਈ ਕਦੇ ਕੀਤੀ ਹੈ ਨਾ ਕਰਨੀ ਹੈ, ਨਾ ਹੀ ਸਾਨੂੰ ਕੋਈ ਆਸ ਆ ਉਹਨਾਂ ਤੋਂ। ਵਪਾਰੀਆਂ ਦੇ ਫੇਵਰ 'ਚ ਕਦੇ ਵੀ ਉਹਨਾਂ ਦਾ ਇੱਕ ਵੀ ਬਿਆਨ ਅੱਜ ਤੱਕ ਮੇਰਾ ਖਿਆਲ ਹੈ, ਮੈਂ ਸਮਝਦਾ ਵੀ ਸ਼ਾਇਦ ਨਹੀਂ ਆਇਆ। ਵਪਾਰੀ ਵਰਗ ਦਾ ਕੋਈ ਉਹ ਤੋਂ ਆਸ ਨਹੀਂ ਹੈ, ਕੋਈ ਵਪਾਰੀ ਵਰਗ ਉਹਦੇ ਨਾਲ ਨਹੀਂ ਹੈ। ਵਪਾਰੀ ਵਰਗ ਮੈਂ ਨਹੀਂ ਸਮਝਦਾ ਕਿ ਬਿਲਕੁਲ ਵੀ ਕਿਸੇ ਕਿਸਮ ਦਾ ਵੀ ਉਹਦਾ ਸਾਥ ਦੇਗਾ। ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ? ਉਮੀਦਵਾਰ ਤਾਂ ਵਪਾਰੀਆਂ ਦੀ ਵੀ ਧਿਆਨ ਰੱਖੇ ਨਾਲ ਦੀ ਨਾਲ, ਜਿੱਥੇ ਬਾਕੀ ਸਮਾਜ ਦਾ ਧਿਆਨ ਰੱਖਣਾ ਉੱਥੇ ਵਪਾਰੀ ਸਮਾਜ ਦਾ ਇੱਕ ਮੇਨ ਅੰਗ ਹੈ। ਵਪਾਰੀ ਦਾ ਧਿਆਨ ਰੱਖਣਾ ਵੀ ਅਤੀ आवश्यक ਹੈ। ਵਪਾਰੀ ਮੰਗਦਾ ਕਿਸੇ ਤੋਂ ਕੁਝ ਨਹੀਂ, ਲੇਕਿਨ ਵਪਾਰੀ ਨੂੰ ਕੋਈ ਡਰਾਵੇ ਨਾ। ਵਪਾਰੀ ਦਾ ਮਾਣ ਇੱਜ਼ਤ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ। ਮਾਨ ਜੀ ਨੇ ਕਦੇ ਚੱਕਰ ਹੀ ਨਹੀਂ ਲਗਾਇਆ ਹੈ, ਇੱਕ ਨਾਮ ਦੇ MP ਨੇ ਕਦੇ ਦੇਖੇ ਵੀ ਨਹੀਂ।